ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅੱਜ ਅਸੀਂ ਗੱਲਬਾਤ ਕਰਾਂਗੇ ਇਲੈਕਸ਼ਨਸ ਬਾਰੇ। ਜਿਸ ਤਰ੍ਹਾਂ ਸਿਸਟਮ ਦੇ ਨਾਲ ਇਲੈਕਸ਼ਨਸ ਭਾਰਤ ਦੇ ਵਿੱਚ ਹੁੰਦੀਆਂ ਨੇ, EVM ਮਸ਼ੀਨਸ ਯਾਨੀ ਇਲੈਕਟ੍ਰੋਨਿਕ ਗੈਜਟਸ ਦਾ ਇਸਤੇਮਾਲ ਹੁੰਦਾ ਹੈ ਤੇ EVM ਮਸ਼ੀਨਸ ਦੇ ਨਾਲ ਹੀ VOTING ਹੁੰਦੀ ਹੈ। ਹਾਲਾਂਕਿ ਵੱਡੇ ਵੱਡੇ ਦੇਸ਼, ਅਮਰੀਕਾ ਦੀ ਆਪਾਂ ਜੇ ਐਗਜ਼ਾਮਪਲ ਲਈਏ, ਉੱਥੇ ਵੀ ਬੈਲਟ ਪੇਪਰ ਯੂਜ਼ ਹੁੰਦਾ ਹੈ, ਪਰ ਇੱਥੇ ਅਸੀਂ EVM ਮਸ਼ੀਨਸ ਦੇ ਨਾਲ ਕਰਦੇ ਹਾਂ VOTING। ਔਰ ਇਹਦੇ ਉੱਤੇ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ EVM ਮਸ਼ੀਨਸ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ, ਇਹਨੂੰ ਹੈਕ ਕਰ ਲੈਂਦੇ ਨੇ, ਇਹਨੂੰ ਮੈਨੀਪੂਲੇਟ ਕਰ ਲੈਂਦੇ ਨੇ। ਕੁਝ ਇੱਕ ਨਵਾਂ ਮਜ਼ਾਕ ਵੀ ਚੱਲਦਾ ਹੈ ਕਿ ਜੇ ਅਮਰੀਕਾ ਦੇ ਵਿੱਚ ਵੀ, ਕਿਉਂਕਿ ਸਾਡੇ ਇੱਥੇ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਹੈ ਨਾ, ਔਰ ਬਹੁਤ ਜ਼ਿਆਦਾ ਹੱਦ ਤੋਂ ਉੱਪਰ ਹੋ ਗਿਆ ਹੈ ਕ੍ਰਿਟਿਸਿਜ਼ਮ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਜਿਵੇਂ ਕਿਸੇ ਵੀ ਪੋਲੀਟੀਕਲ ਨੇਤਾ ਨੂੰ, ਪੋਲੀਟੀਕਲ ਪਾਰਟੀ ਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ, ਉਹ ਵੀ ਅਸੀਂ ਗੱਲਬਾਤ ਕਰਾਂਗੇ। ਮੈਂ ਇੱਕ ਮਜ਼ਾਕ ਦੀ ਗੱਲ ਕਰ ਰਿਹਾ ਸੀਗਾ ਕਿ ਇੱਥੇ ਇੱਕ ਮਜ਼ਾਕ ਚੱਲ ਰਿਹਾ ਕਿ ਜੇ EVM ਮਸ਼ੀਨਸ ਦੇ ਨਾਲ ਅਮਰੀਕਾ ਦੇ ਵਿੱਚ ਵੀ VOTING ਕਰਵਾਈ ਜਾਵੇ ਤਾਂ ਉੱਥੇ BJP ਜਿੱਤ ਜਾਏਗੀ। ਸੋ ਇਦਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਨੇ। ਸੋ ਇਹ ਸਭ ਗੱਲਾਂ ਦਾ ਰਾਜ਼ ਕੀ ਹੈ ਔਰ ਇਹਦੇ ਵਿੱਚ ਸੱਚਾਈ ਕੀ ਹੈ, ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਆਪਣੇ ਮੁੱਦੇ ਵੱਲ ਵਧਣ ਤੋਂ ਪਹਿਲਾਂ ਛੋਟੀ ਜਿਹੀ ਇੱਕ ਨਿਊਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਸ ਵਕਤ ਯੂਨਾਈਟਿਡ ਨੇਸ਼ਨਸ ਵੱਲੋਂ ਜੋ ਰਿਪੋਰਟਿੰਗ ਆ ਰਹੀ ਹੈ, ਉਹਦੇ ਵਿੱਚ ਅਮਰੀਕਾ, ਚੀਨ ਤੇ ਜਾਪਾਨ, ਇਹ ਤਿੰਨੋਂ ਦੇਸ਼ ਵਿੱਤੀ ਸੰਕਟ ਨਾਲ ਘਿਰੇ ਹੋਏ ਨੇ। ਇਹ ਪੂਰੀ ਤਰ੍ਹਾਂ ਘਿਰ ਚੁੱਕੇ ਨੇ ਵਿੱਤੀ ਸੰਕਟ ਨਾਲ, ਕਿਉਂਕਿ ਇਹ ਕਰੋਨਾ ਤੋਂ ਬਾਅਦ ਕਾਫੀ ਕੁਝ ਇਹ ਅਰਥ ਵਿਵਸਥਾ ਦੇ ਵਿੱਚ ਜੋ ਖਲੇਰਾ ਪੈ ਗਿਆ ਉਸ ਕਰਕੇ। ਔਰ ਦੂਸਰਾ, ਭਾਰਤ ਬਾਰੇ ਕਿਹਾ ਜਾ ਰਿਹਾ ਹੈ ਕਿ ਘਰੇਲੂ ਮੰਗ ਦੇ ਦਮ ਦੇ ਉੱਤੇ 2024 ਦੇ ਵਿੱਚ 6.7% ਦੀ ਦਰ ਦੇ ਨਾਲ ਭਾਰਤ ਦੀ ਇਕੋਨਮੀ ਰਾਈਜ਼ ਕਰ ਸਕਦੀ ਹੈ, ਗਰੋ ਕਰ ਸਕਦੀ ਹੈ। ਸੋ ਅਸੀਂ ਆਉਂਦੇ ਹਾਂ, ਵਿੱਤੀ ਸੰਕਟ ਆਪਣੀ ਜਗ੍ਹਾ, ਗਰੋਥ ਆਪਣੀ ਜਗ੍ਹਾ, ਪਰ ਅਸੀਂ ਪਹਿਲਾਂ VOTING ਦੀ ਗੱਲ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਗੁਰਮੀਤ ਪਲਾਹੀ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਪੰਜਾਬ ਚਰਚਾ ਪਲਾਹੀ ਸਾਹਿਬ। ਮਿਹਰਬਾਨੀ ਜੀ, ਸ਼ੁਕਰੀਆ। EVM ਮਸ਼ੀਨਸ ਤੇ BJP ਦਾ ਕ੍ਰਿਟਿਸਿਜ਼ਮ। ਅਸੀਂ ਸਭ ਤੋਂ ਪਹਿਲਾਂ BJP ਦੇ ਕ੍ਰਿਟਿਸਿਜ਼ਮ ਤੋਂ ਸ਼ੁਰੂ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵੀ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੁੰਦਾ ਹੈ ਔਰ ਇਸ ਵਕਤ ਦੇਖਣ ਜਾ ਰਿਹਾ ਕਿ ਇੰਨਾ ਕ੍ਰਿਟਿਸਾਈਜ਼ ਕਦੀ ਵੀ ਕਿਸੇ ਪ੍ਰਾਈਮ ਮਿਨਿਸਟਰ ਨੂੰ ਨਹੀਂ ਕੀਤਾ ਗਿਆ ਹਿਸਟਰੀ ਦੇ ਵਿੱਚ ਜਿੰਨਾ ਮੋਦੀ ਸਾਹਿਬ ਨੂੰ ਕੀਤਾ ਜਾਂਦਾ ਹੈ ਔਰ BJP ਨੂੰ ਜਿੱਦਾਂ ਟਾਰਗੇਟ ਕੀਤਾ ਜਾਂਦਾ ਹੈ। ਠੀਕ ਹੈ ਕਿ ਅਸੀਂ ਲੋਕਤੰਤਰ ਦੇ ਵਿੱਚ ਹਰੇਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਸੰਵਿਧਾਨ ਦੇ ਮੁਤਾਬਿਕ ਅਸੀਂ ਲੋਕ ਆਪਣੀ ਗੱਲ ਕਹਿ ਸਕਦੇ ਹਾਂ, ਪਰ ਇੱਕ ਮਰਿਆਦਾ ਹੈ। ਪਰ ਅਸੀਂ ਕਈ ਵਾਰ ਦੇਖਦੇ ਹਾਂ ਮਰਿਆਦਾ ਤੋਂ ਬਾਹਰ ਜਾ ਕੇ ਕ੍ਰਿਟਿਸਿਜ਼ਮ ਹੁੰਦਾ ਹੈ, ਬਿਲੋ ਦਾ ਬੈਲਟ ਅਸੀਂ ਖੇਡਦੇ ਹਾਂ। ਜੀ ਪਲਾਹੀ ਸਾਹਿਬ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਸਭ ਤੋਂ ਵੱਧ ਕ੍ਰਿਟਿਸਿਜ਼ਮ ਨਰਿੰਦਰ ਮੋਦੀ ਦਾ ਹੋ ਰਿਹਾ, ਅਸਲ ਵਿੱਚ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਦਾ ਵੀ ਇਸੇ ਢੰਗ ਦੇ ਨਾਲ ਬਹੁਤ ਵੱਡਾ ਕ੍ਰਿਟਿਸਿਜ਼ਮ ਹੋਇਆ ਸੀ। ਜੀ, ਲੋਕਤੰਤਰ ਦੇ ਵਿੱਚ ਲੋਕਾਂ ਵੱਲੋਂ ਕ੍ਰਿਟਿਸਿਜ਼ਮ ਕਰਨਾ ਬੜਾ ਸਾਰਥਕ ਹੈ, ਕਿਉਂਕਿ ਜਦੋਂ ਵੀ ਕੋਈ ਨੇਤਾ ਆਪਣੇ ਆਪ ਨੂੰ ਪਰਸਨੈਲਿਟੀ ਕਲਟ ਦੇ ਅਧੀਨ ਸਿਰਫ ਤੇ ਸਿਰਫ ਆਪ ਹੀ ਸਹੀ ਸਮਝਦਾ, ਉਸ ਵੇਲੇ ਨੇਤਾਵਾਂ ਵੱਲੋਂ ਵੀ, ਉਹਦੇ ਸਾਥੀਆਂ ਵੱਲੋਂ ਵੀ, ਤੇ ਉਸ ਤੋਂ ਵੀ ਵੱਧ ਪਬਲਿਕ ਵੱਲੋਂ ਵੀ ਉਹਨਾਂ ਦਾ ਕ੍ਰਿਟਿਸਿਜ਼ਮ ਹੁੰਦਾ। ਦੂਜੀ ਗੱਲ ਰਹੀ ਕਿ ਭਾਜਪਾ ਦਾ ਕ੍ਰਿਟਿਸਿਜ਼ਮ ਵੀ ਬਹੁਤ ਵੱਡੀ ਪੱਧਰ ਤੇ ਹੋ ਰਿਹਾ। ਉਹਦਾ ਕਾਰਨ ਵੀ ਇਹੋ ਹੈ ਕਿ ਬਹੁਤ ਸਾਰੀਆਂ ਨੀਤੀਆਂ ਜਿਹੜੀਆਂ ਲੋਕਤੰਤਰ ਦੇ ਵਿੱਚ, ਫੈਡਰਲ ਗਵਰਨਮੈਂਟ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਜਦੋਂ ਅਸੀਂ ਕਿਸੇ ਖਾਸ ਏਜੰਡੇ ਦੇ ਰਾਹੀਂ ਭੰਨਤੋੜ ਕਰਨ ਦਾ ਯਤਨ ਕਰਾਂਗੇ ਤੇ ਆਟੋਮੈਟਿਕਲੀ ਇਸ ਦੇਸ਼ ਦੇ ਚੇਤਨ ਲੋਕ ਜਿਹੜੇ ਨੇ ਉਸ ਗੱਲ ਦਾ ਵਿਰੋਧ ਕਰਨਗੇ। ਤਾਂ ਇਹੀ ਕਾਰਨ ਹੈ ਕਿ ਇਸ ਵੇਲੇ ਵੱਧ ਵਿਰੋਧ ਜਿਹੜਾ ਹੈ ਭਾਜਪਾ ਨੂੰ ਝੱਲਣਾ ਪੈ ਰਿਹਾ, ਕਿਉਂਕਿ ਘੱਟ ਗਿਣਤੀਆਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੀਆਂ। ਦੇਖੋ, ਆਮ ਲੋਕਾਂ ਦੀ ਆਵਾਜ਼ ਵੀ ਠੀਕ ਢੰਗ ਦੇ ਨਾਲ ਨਹੀਂ ਸੁਣੀ ਜਾ ਰਹੀ। ਕਿੱਡਾ ਇੱਕ ਸਾਰਥਕ ਜਿਹਾ ਕਾਰਜ ਹੈ ਕਿ ਪਹਿਲਵਾਨ ਲੜਕੀਆਂ ਜਿਹੜੀਆਂ ਨੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰ ਰਹੀਆਂ ਸਿਰਫ ਇੱਕ ਇਹੋ ਜਿਹੇ ਇਸ਼ੂ ਤੇ ਕਿ ਇੱਕ ਵਿਅਕਤੀ ਵਿਸ਼ੇਸ਼ ਜਿਹੜਾ ਹੈ ਉਸ ਨੇ ਉਹਨਾਂ ਦਾ ਚਰਿੱਤਰ ਹਨਨ ਕੀਤਾ ਹੈ ਔਰ ਉਸ ਦੇ ਖਿਲਾਫ ਇੱਕ ਮੋਰਚਾ ਲੱਗਾ ਹੋਇਆ। ਉਸ ਤੋਂ ਵੀ ਪਹਿਲਾਂ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ, ਉਸ ਵੇਲੇ ਵੀ ਗੱਲ ਨਹੀਂ ਸੀ ਸੁਣੀ ਜਾ ਰਹੀ। ਤੋ ਜਿਸ ਵੇਲੇ ਡਿਕਟੇਟਰਾਨਾ ਸੋਚ ਜਿਹੜੀ ਹੈ ਕਿਸੇ ਪਾਰਟੀ ਦੀ, ਕਿਸੇ ਵਿਸ਼ੇਸ਼ ਨੇਤਾ ਦੀ ਹੋ ਜਾਂਦੀ ਆ, ਉਸ ਵੇਲੇ ਉਸ ਨੂੰ ਵੱਧ ਜਿਹੜਾ ਵਿਰੋਧ ਹੈ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਔਰ ਪੈ ਰਿਹਾ। ਜੀ ਪਲਾਹੀ ਸਾਹਿਬ, ਅਸੀਂ ਇੱਕ ਇਹ ਵੀ ਚੀਜ਼ ਦੇਖਦੇ ਹਾਂ ਕਿ ਕ੍ਰਿਟਿਸਿਜ਼ਮ ਇੱਥੇ ਤੱਕ ਚਲਾ ਗਿਆ, ਇੱਥੇ ਤੱਕ ਆਲੋਚਨਾ ਹੁੰਦੀ ਹੈ ਕਿ BJP ਤੇ BJP ਦੇ ਵੱਡੇ ਵੱਡੇ ਨੇਤਾ ਸੰਵਿਧਾਨ ਦੇ ਮੁਤਾਬਿਕ ਕੰਮ ਨਹੀਂ ਕਰਦੇ, ਸੰਵਿਧਾਨ ਨੂੰ ਵੀ ਕਿਤੇ ਆਪਣੇ ਮੁਤਾਬਿਕ ਤੋੜ ਮਰੋੜ ਕੇ, ਆਪਣੇ ਮੁਤਾਬਿਕ ਢਾਲ ਕੇ ਇਹ ਕੰਮ ਕਰਦੇ ਨੇ, ਯਾਨੀ ਕਿ ਸਿੱਧੀ ਭਾਸ਼ਾ 'ਚ ਉਹਨਾਂ ਨੇ ਸੰਵਿਧਾਨ ਨੂੰ ਛਿੱਕੇ ਟੰਗਿਆ ਹੋਇਆ। ਇਹਦੇ 'ਚ ਕਿੰਨੀ ਕੁ ਸੱਚਾਈ ਹੈ ਪਲਾਹੀ ਸਾਹਿਬ? ਦੇਖੋ, ਗੱਲ ਇਹ ਆ ਵੀ ਤੁਸੀਂ ਦੇਖਿਆ ਵੀ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਹਨਨ ਲਗਾਤਾਰ ਹੋ ਰਿਹਾ। ਬਹੁਤੀ ਦੂਰ ਕੀ ਜਾਣਾ, ਪੰਜਾਬ ਦੇ ਵਿੱਚ ਜਿਹੜੇ
ਪੇਂਡੂ ਵਿਕਾਸ ਫੰਡ ਨੇ ਉਹਨਾਂ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ। ਸਿਰਫ ਇਸ ਕਰਕੇ ਰੋਕ ਲਗਾ ਦਿੱਤੀ ਗਈ ਕਿ ਇੱਥੇ ਵਿਰੋਧੀ ਪਾਰਟੀ ਦਾ ਰਾਜ ਹੈ। ਇਸੇ ਤਰ੍ਹਾਂ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਗਵਰਨਰਾਂ ਨੂੰ ਇਹੋ ਜਿਹੇ ਅਧਿਕਾਰ ਦੇ ਦਿੱਤੇ ਗਏ ਨੇ ਜਿਹੜੇ ਅਧੀਨ ਸੈਂਟਰ ਸਰਕਾਰ ਜਿਹੜੀ ਹੈ ਜਾਂ ਭਾਜਪਾ ਦੀ ਸਰਕਾਰ ਉਹ ਆਪਣੇ ਵਿਰੋਧੀ ਰਾਜਾਂ ਉੱਤੇ ਵੀ ਰਾਜ ਕਰਨ ਲਈ ਬੜੀ ਆਤੁਰ ਬਹੁਤ ਚੰਚਲ ਦਿਖਾਈ ਦੇ ਰਹੀ ਹੈ। तो ਇਹੋ ਕਾਰਨ ਹੈ ਕਿ ਭਾਜਪਾ ਸਰਕਾਰ ਜਿਸ ਵੇਲੇ ਡਿਕਟੇਟਰਾਨਾ ਸੋਚ ਰੱਖ ਕੇ ਜੋ ਫੈਡਰਲ ਢਾਂਚਾ ਹੈ ਹਿੰਦੁਸਤਾਨ ਦਾ ਉਸ ਨੂੰ ਤਹਿਸ ਨਹਿਸ ਕਰਨ ਦੇ ਯਤਨ ਕਰ ਰਹੀ ਹੈ ਔਰ ਇਸ ਦੇ ਨਾਲ ਨਾਲ ਈਡੀ ਤੇ ਹੋਰ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਆਪਣੇ ਵਿਰੋਧੀਆਂ ਦੇ ਖਿਲਾਫ ਵੱਖੋ ਵੱਖਰੇ ਇਲਜ਼ਾਮ ਲਗਾ ਕੇ ਵਰਤ ਰਹੀ ਹੈ। ਉਸ ਵੇਲੇ ਇਸ ਕਿਸਮ ਦੀ ਸੋਚ ਦਾ ਦੇਸ਼ ਦੇ ਵਿੱਚ ਪੈਦਾ ਹੋਣਾ ਲਾਜ਼ਮੀ ਹੈ ਔਰ ਹੋ ਰਿਹਾ। ਜੀ ਪਲਾਹੀ ਸਾਹਿਬ, ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿੱਦਾਂ ਜਨਤਾ ਆਮ ਤੌਰ ਤੇ ਗੱਲ ਕਰਦੀ ਹੈ ਕਿ ਇੱਕ ਨਵੀਂ ਭਾਸ਼ਾ ਇਸਤੇਮਾਲ ਕੀਤੀ ਜਾਂਦੀ ਹੈ, ਡਬਲ ਇੰਜਨ ਸਰਕਾਰ। ਇੱਕ ਨਵਾਂ ਹੀ ਸ਼ਬਦ ਇਸਤੇਮਾਲ ਹੋ ਰਿਹਾ ਹੈ। ਇਹ ਡਬਲ ਇੰਜਨ ਸਰਕਾਰ ਦਾ ਮਤਲਬ ਇਹ ਹੈ ਕਿ ਸੈਂਟਰ ਦੇ ਵਿੱਚ ਜੇ ਬੀਜੇਪੀ ਹੈ ਤਾਂ ਹੋਰ ਰਾਜਾਂ ਦੇ ਵਿੱਚ ਵੀ ਬੀਜੇਪੀ ਜਿੱਥੇ ਜਿੱਥੇ ਹੋਵੇਗੀ ਇਹ ਡਬਲ ਇੰਜਨ ਹੋ ਗਿਆ, ਤੇ ਜਿੱਥੇ ਡਬਲ ਇੰਜਨ ਨਹੀਂ ਹੈ ਉੱਥੇ ਉਹਨਾਂ ਰਾਜਾਂ ਨੂੰ ਉਹ ਸਹੂਲਤਾਂ ਨਹੀਂ ਦੇਣੀਆਂ ਜੋ ਬਣਦੀਆਂ ਨੇ, ਕਿਉਂਕਿ ਉਸ ਰਾਜ ਦੀ ਗਵਰਨਮੈਂਟ ਨੂੰ, ਕਿਉਂਕਿ ਉਹ ਦੂਜੀ ਪਾਰਟੀ ਦੀ ਹੈ, ਉਹਨੂੰ ਕੰਮ ਨਹੀਂ ਕਰਨ ਦੇਣਾ ਜਾਂ ਉਹਨੂੰ ਫੇਲ ਕਰਨਾ ਹੈ ਤਾਂ ਕਿ ਉੱਥੇ ਬੀਜੇਪੀ ਦੀ ਹਕੂਮਤ ਨੂੰ ਕਾਇਮ ਕੀਤਾ ਜਾ ਸਕੇ। ਇੱਥੋਂ ਤੱਕ ਵੀ ਜਨਤਾ ਕਹਿੰਦੀ ਹੈ। ਇਹਦੇ 'ਚ ਸੱਚਾਈ ਹੈ? ਦੇਖੋ ਸੱਚਾਈ ਹੈ। ਦੇਖੋ ਗੁਜਰਾਤ ਨੂੰ ਇੰਨੇ ਫੰਡ ਦਿੱਤੇ ਜਾਂਦੇ ਨੇ, ਯੂਪੀ ਨੂੰ ਇੰਨੇ ਫੰਡ ਦਿੱਤੇ ਜਾਂਦੇ ਨੇ, ਉਹਦੇ ਮੁਕਾਬਲੇ ਦੇ ਉੱਤੇ ਹਿਮਾਚਲ ਪ੍ਰਦੇਸ਼, ਪੰਜਾਬ ਔਰ ਜਿਹੜੇ ਹੋਰ ਵਿਰੋਧੀ ਸੂਬੇ ਨੇ ਰਾਜਸਥਾਨ ਵਰਗੇ ਉਹਨਾਂ ਵਿੱਚ ਉਸ ਢੰਗ ਦੇ ਨਾਲ ਫੰਡ ਨਹੀਂ ਦਿੱਤੇ ਜਾਂਦੇ। ਇੱਥੋਂ ਤੱਕ ਕਿ ਉਹ ਫੰਡ ਰੋਕਣ ਦਾ ਯਤਨ ਵੀ ਕੀਤਾ ਜਾਂਦਾ ਔਰ ਬਹੁਤ ਸਾਰੀਆਂ ਉਦਾਹਰਨਾਂ ਇਸ ਮਾਮਲੇ ਦੇ ਉੱਤੇ ਦਿੱਤੀਆਂ ਜਾ ਸਕਦੀਆਂ ਨੇ। ਫਿਰ ਵੀ ਚਾਹੇ ਡਬਲ ਇੰਜਨ ਸਰਕਾਰ ਦੀ ਗੱਲ ਕਰ ਲਓ ਚਾਹੇ ਸਿੰਗਲ ਇੰਜਨ ਸਰਕਾਰ ਦੀ ਗੱਲ ਕਰ ਲਓ, ਅਸਲ ਵਿੱਚ ਵਿਕਾਸ ਦਾ ਜੋ ਢਾਂਚਾ ਵਿਕਸਿਤ ਹੋਣਾ ਚਾਹੀਦਾ ਸੀ ਹਿੰਦੁਸਤਾਨ ਭਰ ਦੇ ਵਿੱਚ ਉਹ ਨਹੀਂ ਹੋ ਰਿਹਾ। ਆਮ ਲੋਕਾਂ ਦੇ ਤੱਕ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਰਕਾਰ ਪਹੁੰਚਾਉਣਾ ਚਾਹੁੰਦੀ ਹੋਏਗੀ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਾਂ ਇਲੈਕਟ੍ਰੋਨਿਕ ਸਾਧਨਾਂ ਦੇ ਰਾਹੀਂ, ਉਹਨਾਂ ਦੇ ਉੱਤੇ ਵੀ ਬੜੇ ਵੱਡੇ ਛੇਦ ਹੋ ਚੁੱਕੇ ਨੇ। ਭ੍ਰਿਸ਼ਟਾਚਾਰ ਹੋ ਚੁੱਕਾ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਭਾਜਪਾ ਨੇ ਬੜਾ ਵੱਡਾ ਅਡੰਬਰ ਰਚਿਆ ਸੀ, ਪਰ ਇਸ ਗੱਲ ਦੇ ਵਿੱਚ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਚਾਹੇ ਸਿੰਗਲ ਹੋਵੇ ਚਾਹੇ ਡਬਲ ਇੰਜਨ ਸਰਕਾਰ ਹੋਵੇ, ਅਸਲ ਵਿੱਚ ਜਦ ਤੱਕ ਲੋਕਾਂ ਕੋਲ ਲੋਕ ਭਲਾਈ ਯੋਜਨਾਵਾਂ ਨਹੀਂ ਪਹੁੰਚੀਆਂ ਉਦੋਂ ਤੱਕ ਕੁਝ ਵੀ ਵਿਕਾਸ ਸਹੀ ਢੰਗ ਦੇ ਨਾਲ ਨਹੀਂ ਹੋ ਸਕਦਾ। ਪਰ ਇਸ ਗੱਲ ਦੇ ਬਾਵਜੂਦ ਵੀ ਭਾਜਪਾ ਵੱਲੋਂ ਡਬਲ ਇੰਜਨ ਸਰਕਾਰ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹਦੇ ਅਧੀਨ ਸੱਚਮੁੱਚ ਉਹਨਾਂ ਸਟੇਟਾਂ ਦੇ ਵਿੱਚ ਵੱਧ ਫੰਡ ਮੁਹੱਈਆ ਕੀਤੇ ਜਾ ਰਹੇ ਨੇ ਮੁਕਾਬਲਤਨ ਵਿਰੋਧੀ ਧਿਰਾਂ ਦੇ ਸਰਕਾਰਾਂ ਦੇ। ਜੀ ਪਲਾਹੀ ਸਾਹਿਬ, ਔਰ ਇੱਕ ਗੱਲ ਇਹ ਵੀ ਦੇਖਣ ਨੂੰ ਆਉਂਦੀ ਹੈ ਕਿਉਂਕਿ ਇੱਥੇ ਵੀ ਕ੍ਰਿਟਿਸਿਜ਼ਮ ਹੁੰਦਾ ਹੈ ਕਿ ਜਿਹੜਾ ਆਪਾਂ ਸੰਵਿਧਾਨ ਦੀ ਗੱਲ ਕਰਦੇ ਹਾਂ ਕਿ ਕਿਸੇ ਵੀ ਸਟੇਟ ਦੇ ਅੰਦਰ ਲੋਕਾਂ ਨੇ ਮੈਂਡੇਟ ਦੇ ਕੇ ਇੱਕ ਪਾਰਟੀ ਨੂੰ ਜਿਤਾ ਦਿੱਤਾ, ਉੱਥੇ ਉਹ ਸਰਕਾਰ ਬਣਨ ਲੱਗੀ, ਲੇਕਿਨ ਭਾਜਪਾ ਨੇ ਉਹਨਾਂ ਦੇ MLA ਤੋੜ ਕੇ ਆਪਣੇ ਵੱਲ ਲੈ ਆਂਦੇ ਤੇ ਆਪਣੀ ਸਰਕਾਰ ਬਣਾ ਲਈ ਉੱਥੇ, ਜਦ ਕਿ ਦੂਜੀ ਪਾਰਟੀ ਜਿੱਤਦੀ ਸੀ। ਇਸ ਤਰ੍ਹਾਂ ਮੈਨੀਪੂਲੇਟ ਕਰਕੇ ਆਪਣੀ ਸਰਕਾਰ ਨੂੰ ਬਣਾਉਣਾ ਔਰ ਦੂਜੀ ਜਿਨ੍ਹਾਂ ਨੂੰ ਲੋਕਾਂ ਨੇ ਜਿਤਾਇਆ ਹੈ ਉਹਨਾਂ ਨੂੰ ਹਰਾ ਦੇਣਾ, ਇੱਕ ਤਰ੍ਹਾਂ ਨਾਲ ਇਹ ਖਰੀਦੋ ਫਰੋਖਤ ਹਾਰਸ ਟ੍ਰੇਡਿੰਗ ਕਰਨਾ, ਇਹ ਕਿੱਥੋਂ ਤੱਕ ਜਾਇਜ਼ ਹੈ ਪਲਾਹੀ ਸਾਹਿਬ? ਦੇਖੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਮੱਧ ਪ੍ਰਦੇਸ਼ ਦੇ ਵਿੱਚ ਵੀ ਇਸੇ ਢੰਗ ਦੇ ਨਾਲ ਸਰਕਾਰ ਤੋੜਨ ਦਾ ਯਤਨ ਹੋਇਆ ਸੀ, ਤੁਹਾਨੂੰ ਪਤਾ ਹੈ। ਹੁਣ ਵੀ ਜਿਸ ਵੇਲੇ ਬਹੁਤ ਵੱਡੀ ਪੱਧਰ ਤੇ ਕਰਨਾਟਕ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਬਣ ਗਈ ਹੈ, ਬਹੁਤ ਵੱਡੀ ਪੱਧਰ ਤੇ ਉਹਨਾਂ ਨੂੰ ਉਸ ਇੱਕ ਮੈਂਡੇਟ ਮਿਲਿਆ ਹੈ। ਹੁਣ ਕਿਸੇ ਨਾ ਕਿਸੇ ਢੰਗ ਨਾਲ ਭਾਜਪਾ ਵੱਲੋਂ ਪੈਨੀਟ੍ਰੇਟ ਕਰਕੇ ਉੱਥੇ ਮੁੱਖ ਮੰਤਰੀ ਦੀ ਚੋਣ ਵਿੱਚ ਵੀ ਆਪਣਾ ਰੋਲ ਜਿਹੜਾ ਹੈ ਅਦਾ ਕਰਨ ਦਾ ਯਤਨ ਹੋ ਰਿਹਾ, ਭਾਵੇਂ ਕਿ ਇਸ ਮਾਮਲੇ ਦੇ ਉੱਤੇ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਵੀ ਦੋਸ਼ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਕੋਈ ਸਟ੍ਰਿਕਟ ਫੈਸਲੇ ਨਹੀਂ ਲਏ ਜਾ ਰਹੇ। ਪਰ ਨਾਲ ਨਾਲ ਇਹ ਗੱਲ ਵੀ ਸਾਰਥਕ ਹੈ ਕਿ ਭਾਜਪਾ ਦੀਆਂ ਸਰਕਾਰਾਂ ਵੀ ਜਦੋਂ ਇਸ ਢੰਗ ਦੇ ਨਾਲ ਬਣਦੀਆਂ ਨੇ ਉਸ ਵੇਲੇ ਵੀ ਇਦਾਂ ਦੀ ਚੁਣ ਚਰਚਾ ਜਿਹੜੀ ਹੈ ਹੁੰਦੀ ਹੈ, ਜਿਸ ਕਿਸਮ ਦੀ ਚੁਣ ਚਰਚਾ ਹੁਣ ਕਰਨਾਟਕ ਦੇ ਵਿੱਚ ਹੋ ਰਹੀ ਹੈ। ਪਰ ਭਾਜਪਾ ਲਗਾਤਾਰ ਯਤਨ ਕਰ ਰਹੀ ਹੈ। ਰਾਜਸਥਾਨ ਦੇ ਵਿੱਚ ਉਸਨੇ ਰਾਜਸਥਾਨ ਦੀ ਸਰਕਾਰ ਨੂੰ ਤੋੜਨ ਦਾ ਯਤਨ ਕੀਤਾ। ਮੱਧ ਪ੍ਰਦੇਸ਼ ਦੇ ਵਿੱਚ ਉਹਨੇ ਕਾਮਯਾਬੀ ਹਾਸਲ ਕਰ ਲਈ ਸੀ। ਗੋਆ, ਦਮਨ, ਦੀਊ ਦੇ ਵਿੱਚ ਇਹੋ ਜਿਹੀਆਂ ਛੋਟੀਆਂ ਸਟੇਟਾਂ ਵਿੱਚ ਤਾਂ ਉਹ ਜਿੱਤੇ ਹੋਏ ਵਿਰੋਧੀ ਧਿਰ ਨੂੰ ਪਾਸੇ ਲਾ ਕੇ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਤੋ ਇਸ ਕਿਸਮ ਦੀ ਪ੍ਰਵਿਰਤੀ ਕਿ ਅਸੀਂ ਹਰ ਹੀਲੇ ਆਪਣੀ ਸਰਕਾਰ ਹੀ ਬਣਾਉਣੀ ਹੈ, ਆਪਣਾ ਰਾਜ ਭਾਗ ਹੀ ਕਾਇਮ ਕਰਨਾ ਹੈ, ਇਹ ਭਾਜਪਾ ਦੇ ਏਜੰਡੇ ਦੇ ਵਿੱਚ ਬਿਲਕੁਲ ਉਸੇ ਢੰਗ ਦੇ ਨਾਲ ਸ਼ਾਮਲ ਹੈ ਜਿਵੇਂ ਭਾਜਪਾ ਹਿੰਦੀ, ਹਿੰਦੂ ਤੇ ਹਿੰਦੁਸਤਾਨ ਦਾ ਨਾਅਰਾ ਦੇ ਕੇ ਹਿੰਦੁਸਤਾਨ ਨੂੰ ਇੱਕ ਭਾਰਤੀ ਸਟੇਟ ਬਣਾਉਣ ਦੇ ਰਾਹ ਦੇ ਉੱਤੇ ਤੁਲੀ ਹੋਈ ਹੈ।
ਠੀਕ ਉਸੇ ਤਰ੍ਹਾਂ ਅਸੀਂ ਈਵੀਐਮ ਦੇ ਉੱਤੇ ਹੁਣ ਆਉਨੇ ਆ। ਈਵੀਐਮ ਮਸ਼ੀਨਸ, ਕਿਉਂਕਿ ਆਪਣੀ ਸਰਕਾਰ ਕਾਇਮ ਕਰਨੀ, ਆਪਣੀ ਸੱਤਾ ਕਾਇਮ ਕਰਨੀ। ਜਿੱਦਾਂ ਮੈਂ ਸ਼ੁਰੂਆਤ ਵਿੱਚ ਇੱਕ ਮਜ਼ਾਕ ਦੀ ਗੱਲ ਕੀਤੀ ਕਿ ਮਜ਼ਾਕ ਚੱਲਦਾ ਪਿਆ ਕਿ ਜੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਭਾਰਤ ਤੋਂ ਈਵੀਐਮ ਮਸ਼ੀਨਸ ਲਿਜਾ ਕੇ ਇਲੈਕਸ਼ਨਸ ਕਰਵਾਈਆਂ ਜਾਣ ਤੇ ਉੱਥੇ ਵੀ ਸ਼ਾਇਦ ਬੀਜੇਪੀ ਜਿੱਤ ਜਾਵੇ। ਮਤਲਬ ਇਸ ਤਰ੍ਹਾਂ ਤੁਸੀਂ ਈਵੀਐਮ ਨੂੰ ਮੈਨੀਪੂਲੇਟ ਕਰਦੇ ਹੋ। ਇਹਦੇ 'ਚ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਬੀਜੇਪੀ ਹੈਕਿੰਗ ਕਰਵਾਉਂਦੀ ਹੈ ਔਰ ਈਵੀਐਮ ਮਸ਼ੀਨਸ ਨੂੰ ਮੈਨੀਪੂਲੇਟ ਕਰਕੇ ਖੁਦ ਜਿੱਤਦੀ ਹੈ ਔਰ ਆਪਣੇ ਆਪ ਨੂੰ ਸੱਤਾ 'ਚ ਕਾਇਮ ਕਰਦੀ ਹੈ? ਇਹ ਕੀ ਕਹਿੰਦੇ ਨੇ ਐਕਸਪਰਟਸ ਇਹਦੇ ਬਾਰੇ, ਭਲਾਈ ਸਾਹਿਬ? ਦੇਖੋ, ਗੱਲ ਇਹ ਆ, ਐਕਸਪਰਟ ਜੋ ਵੀ ਮਰਜ਼ੀ ਕਹਿੰਦੇ ਹੋਣ, ਰਾਵਾਂ ਵੱਖੋ ਵੱਖਰੀਆਂ ਹੋ ਸਕਦੀਆਂ ਨੇ, ਹੱਕ ਵਿੱਚ ਵੀ ਹੋ ਸਕਦੀਆਂ ਨੇ, ਵਿਰੋਧ ਵਿੱਚ ਵੀ ਹੋ ਸਕਦੀਆਂ ਨੇ। ਜੀ। ਪਰ ਹੁਣ ਦੀ ਇੱਕ ਤਾਜ਼ਾ ਮਿਸਾਲ ਜਿਹੜੀ ਹੈ ਕਰਨਾਟਕ ਦੇ ਵਿੱਚ, ਜੇ ਸੱਚਮੁੱਚ ਭਾਜਪਾ ਸਰਕਾਰ ਜਾਂ ਭਾਜਪਾ ਦੀ ਉੱਪਰਲੀ ਲੀਡਰਸ਼ਿਪ ਇਸ ਢੰਗ ਨਾਲ ਕਰਨਾ ਚਾਹੁੰਦੀ ਹੋਵੇ ਜਾਂ ਕਰ ਸਕਦੀ ਹੁੰਦੀ ਤੇ ਕਰਨਾਟਕ ਦੇ ਵਿੱਚ ਵੀ ਕਰਦੀ। ਕਰਨਾਟਕ ਵਿੱਚ ਤਾਂ ਇਹੋ ਜਿਹੇ ਹੈਰਾਨਕੁਨ ਨਤੀਜੇ ਸਾਹਮਣੇ ਆਏ ਨੇ ਕਿ ਬਾਵਜੂਦ ਪ੍ਰਧਾਨ ਮੰਤਰੀ ਦੇ ਬਹੁਤ ਵੱਡੇ ਯਤਨਾਂ ਦੇ ਵੀ ਉੱਥੇ ਸਰਕਾਰ ਜਿਹੜੀ ਹੈ ਭਾਜਪਾ ਦੀ ਨਹੀਂ ਬਣ ਸਕੀ। ਜੇ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਕੇ ਸਹਿਜੇ ਹੀ ਉਹ ਇਹ ਕਾਰਜ ਕਰ ਸਕਦੇ ਹੁੰਦੇ ਤੇ ਸ਼ਾਇਦ ਕਰ ਲੈਂਦੇ। ਹਾਂ, ਕਿਤੇ ਕਿਤੇ ਜ਼ਰੂਰ ਇਸ ਗੱਲ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਔਰ ਕਈ ਵਾਰੀ ਕੁਝ ਲੋਕ, ਕੁਝ ਨੇਤਾ ਭਾਜਪਾ ਦੇ ਜਾਂ ਵਿਰੋਧੀ ਧਿਰ ਵਾਲੇ ਵੀ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਫੜੇ ਜਾਂਦੇ ਨੇ ਔਰ ਸਾਹਮਣੇ ਦ੍ਰਿਸ਼ ਆ ਜਾਂਦਾ ਵੀ ਮਸ਼ੀਨ ਜਿਹੜੀ ਹੈ ਉਹਨਾਂ ਦੀ ਗੱਡੀ ਦੇ ਵਿੱਚ ਰੱਖੀ ਹੋਈ ਮਿਲੀ ਹੈ। ਇਹ ਇੱਕਾ ਦੁੱਕਾ ਘਟਨਾਵਾਂ ਬਿਲਕੁਲ ਹੋ ਸਕਣ ਦੀ ਸੰਭਾਵਨਾ ਹੈ, ਪਰ ਇਸ ਗੱਲ ਦੀ ਸੰਭਾਵਨਾ ਮੇਰੀ ਸਮਝ ਵਿੱਚ ਕੋਈ ਨਹੀਂ ਹੈ ਕਿ ਐਡੀ ਵੱਡੀ ਪੱਧਰ ਤੇ ਕੋਈ ਗੱਲ ਹੋ ਜਾਏ ਔਰ ਉਸ ਹਾਲਤ ਦੇ ਵਿੱਚ ਤਾਂ ਲੋਕਾਂ ਦਾ ਰਿਵੋਲਟ ਜਿਹੜਾ ਹੈ ਹੋਣਾ ਜਾਇਜ਼ ਹੋਏਗਾ ਔਰ ਸੰਭਵ ਵੀ ਹੋ ਸਕਦਾ। ਭਲਾਈ ਸਾਹਿਬ, ਇੱਕ ਆਵਾਜ਼ ਹੋਰ ਵੀ ਉੱਠਦੀ ਹੈ ਕਿ ਜਿਹੜੀਆਂ ਇਹ ਇਲੈਕਸ਼ਨਸ ਹਾਰੇ ਨੇ ਕਰਨਾਟਕ ਦੀਆਂ ਬੀਜੇਪੀ ਵਾਲੇ, ਜਾਂ ਹੋਰ ਵੀ ਕਿਤੋਂ ਇਲੈਕਸ਼ਨਸ ਹਾਰ ਵੀ ਜਾਣ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ, ਇਹ ਸਿਰਫ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਕਿ ਦੇਖੋ ਅਸੀਂ ਤੇ ਈਵੀਐਮ ਮਸ਼ੀਨਸ ਦੇ ਨਾਲ ਕੋਈ ਛੇੜਖਾਨੀ ਕਰਕੇ ਨਹੀਂ ਜਿੱਤਦੇ, ਤਾਂ ਹੀ ਤਾਂ ਅਸੀਂ ਕਰਨਾਟਕ ਹਾਰੇ ਹਾਂ ਜਾਂ ਕਿਤੇ ਹੋਰ ਵੀ ਹਾਰ ਸਕਦੇ ਹਾਂ। ਪਰ ਜਦੋਂ 2024 ਦੀਆਂ ਇਲੈਕਸ਼ਨਸ ਹੋਣਗੀਆਂ ਉਦੋਂ ਇਹ ਆਪਣੇ ਹੱਕ ਦੇ ਵਿੱਚ ਈਵੀਐਮ ਮਸ਼ੀਨਸ ਨੂੰ ਭੁਗਤਾ ਲੈਣਗੇ, ਮੈਨੀਪੂਲੇਟ ਕਰਕੇ ਆਪਣੇ ਹੱਕ 'ਚ ਵੋਟਾਂ ਪਵਾ ਲੈਣਗੇ। ਇਹ ਕਰਨਾਟਕ ਦੀਆਂ ਚੋਣਾਂ ਹਾਰਨਾ ਜਾਂ ਕਿਤੋਂ ਹੋਰ ਦੀਆਂ ਚੋਣਾਂ ਹਾਰਨਾ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ, ਇਹ ਤਾਂ ਸਿਰਫ ਆਪਣੇ ਆਪ ਨੂੰ ਕਵਰ ਅਪ ਕਰਨ ਵਾਸਤੇ, ਆਪਣੇ ਆਪ ਨੂੰ ਸੇਫ ਕਰਨ ਵਾਸਤੇ, ਇਲਜ਼ਾਮ ਤੋਂ ਬਚਾਉਣ ਵਾਸਤੇ ਇੱਕ ਤਿਆਰੀ ਹੈ, ਇੱਕ ਮੁੱਢ ਹੈ, ਇੱਕ ਭੂਮਿਕਾ ਹੈ। ਅਸਲ ਵਿੱਚ ਇਹਨਾਂ ਨੇ 2024 ਦੀਆਂ ਇਲੈਕਸ਼ਨਸ ਦੇ ਵਿੱਚ ਮੈਨੀਪੂਲੇਟ ਕਰਨਾ ਹੈ ਈਵੀਐਮ ਦੀਆਂ ਮਸ਼ੀਨਸ ਨੂੰ ਤਾਂ ਕਿ ਲੋਕ ਸਭਾ ਇਲੈਕਸ਼ਨ ਜਿੱਤ ਸਕਣ। ਕਈ ਇਹ ਵੀ ਆਵਾਜ਼ ਆਉਂਦੀ ਪਈ ਹੈ, ਇਹਨੂੰ ਤੁਸੀਂ ਕਿੱਦਾਂ ਜਸਟੀਫਾਈ ਕਰ ਸਕਦੇ ਹੋ? ਦੇਖੋ, ਗੱਲ ਇਹ ਆ ਵੀ ਹਰ ਗੱਲ ਦੇ ਹੱਕ ਦੇ ਵਿੱਚ, ਵਿਰੋਧ ਦੇ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਨੇ ਔਰ ਇਹ ਦਲੀਲ ਇੱਕ ਬੜੀ ਭਰਮੀ ਵੀ ਹੋ ਸਕਦੀ ਹੈ। ਪਰ ਇਸ ਤੋਂ ਵੀ ਪਹਿਲੀ ਗੱਲ ਇਹ ਹੈ ਕਿ ਹੁਣ ਜੇ ਹਿੰਦੁਸਤਾਨ ਦੀ ਸਥਿਤੀ ਦੇਖੀਏ ਤੇ ਭਾਜਪਾ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਗਿਣਤੀ ਦੇ ਹਿਸਾਬ ਦੇ ਨਾਲ ਇੱਕ ਨੰਬਰ ਦੀ ਪਾਰਟੀ ਭਾਰਤ ਦੇ ਵਿੱਚ ਬਣ ਚੁੱਕੀ ਹੈ ਔਰ ਇੱਥੋਂ ਦਾ ਪ੍ਰਧਾਨ ਮੰਤਰੀ ਇਹੋ ਜਿਹਾ ਬਣ ਚੁੱਕਾ ਹੈ ਜਿਹਦਾ ਮੁਕਾਬਲਾ ਹਾਲੇ ਤੱਕ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਇਆ। ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਇੰਦਰਾ ਗਾਂਧੀ, ਜਵਾਹਰ ਲਾਲ ਨਹਿਰੂ ਵਰਗਾ ਇੱਕ ਦਿੱਖ ਜਿਹੜੀ ਹੈ ਇਹਨਾਂ ਲੋਕਾਂ ਇਸ ਨੇ ਬਣਾਈ ਹੋਈ ਹੈ ਔਰ ਵੱਖੋ ਵੱਖਰੇ ਥਾਵਾਂ ਦੇ ਉੱਤੇ ਜਦੋਂ ਸਟੇਟ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਤੇ ਇਹ ਤਾਂ ਕਿਹਾ ਜਾਂਦਾ ਵੀ ਸਟੇਟ ਦੇ ਵਿੱਚ ਕਿਸੇ ਕਿਸਮ ਦੀ ਸਰਕਾਰ ਹੋ ਜਾਏ ਤਾਂ ਹੋ ਜਾਏ, ਪਰ ਉੱਪਰ ਸਰਕਾਰ ਜਿਹੜੀ ਹੈ ਉਹਦਾ ਪ੍ਰਧਾਨ ਮੰਤਰੀ ਜਿਹੜਾ ਹੈ ਨਰਿੰਦਰ ਮੋਦੀ ਹੋਣਾ ਚਾਹੀਦਾ, ਕਿਉਂਕਿ ਉਸ ਨੇ ਆਪਣੀ ਦਿੱਖ ਇਸ ਢੰਗ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਵੀ ਔਰ ਰਾਸ਼ਟਰੀ ਪੱਧਰ ਤੇ ਬਣਾਉਣ ਲਈ ਪੂਰੀ ਟੈਲ ਲਾਈ ਹੋਈ ਹੈ ਔਰ ਮੁਕਾਬਲੇ ਤੇ ਕੋਈ ਵੀ ਨੇਤਾ ਜਾਂ ਕੋਈ ਵੀ ਪਾਰਟੀਆਂ ਜਾਂ ਕੋਈ ਵੀ ਪਾਰਟੀਆਂ ਦਾ ਗੱਠਜੋੜ ਜਿਹੜਾ ਹੈ ਉਸ ਦਾ ਮੁਕਾਬਲਾ ਜਿਹੜਾ ਕਰਨ ਦੇ ਵਿੱਚ ਹਾਲੇ ਤਾਈਂ ਕਾਮਯਾਬ ਨਹੀਂ ਹੋ ਰਿਹਾ। ਚਾਹੇ ਅਸੀਂ ਸੋਨੀਆ ਗਾਂਧੀ ਜੀ ਜਾਂ ਕਾਂਗਰਸ ਦੀ ਗੱਲ ਕਰ ਲਈਏ, ਚਾਹੇ ਅਸੀਂ ਤ੍ਰਿਣਮੂਲ ਕਾਂਗਰਸ ਦੀ ਗੱਲ ਕਰ ਲਈਏ, ਚਾਹੇ ਨਿਤੀਸ਼ ਕੁਮਾਰ ਦੀ ਗੱਲ ਕਰ ਲਈਏ, ਜਾਂ ਹਾਲੇ ਤੱਕ ਜਦ ਤੱਕ ਕੋਈ ਗੱਠਜੋੜ ਨਹੀਂ ਬਣ ਜਾਂਦਾ, ਜਿਵੇਂ ਇੰਦਰਾ ਗਾਂਧੀ ਨੂੰ ਲਾਉਣ ਵੇਲੇ ਜਨਤਾ ਦਲ ਜਿਹੜਾ ਹੈ ਬਣਿਆ ਸੀ ਔਰ ਉਸਨੇ ਇੰਦਰਾ ਗਾਂਧੀ ਨੂੰ ਇੱਕ ਵੱਖਰੀ ਕਿਸਮ ਦਾ ਸਬਕ ਸਿਖਾ ਦਿੱਤਾ ਸੀ, ਉਦੋਂ ਤੱਕ ਮੋਦੀ ਸਾਹਿਬ ਨੂੰ ਲਾਉਣਾ ਔਰ ਉਹਨਾਂ ਦੀ ਪਾਰਟੀ ਨੂੰ ਵੱਖਰੇ ਕਰ ਦੇਣਾ ਇਹ ਸੰਭਵ ਨਹੀਂ ਹੈ, ਕਿਉਂਕਿ ਵੋਟਾਂ ਜਿਹੜੀਆਂ ਨੇ ਵੰਡੀਆਂ ਜਾਂਦੀਆਂ ਨੇ ਆਪੋ ਆਪਣੇ ਹਿਸਾਬ ਨਾਲ, ਆਪੋ ਆਪਣਾ ਭਾਅ ਜਿਹੜਾ ਹੈ ਲਾਉਣ ਦਾ ਯਤਨ ਹੁੰਦਾ ਔਰ ਕਿਸੇ ਪਾਸੇ ਬੀਐਸਪੀ ਆਪਣੀ ਚਾਲ ਚੱਲਦੀ ਹੈ, ਦੂਜੇ ਪਾਸੇ ਨਿਤੀਸ਼ ਕੁਮਾਰ ਦੀ ਗੱਲ ਹੈ, ਤੀਸਰੇ ਪਾਸੇ ਮੁਲਾਇਮ ਯਾਦਵ ਦੀ ਪਾਰਟੀ ਆਪਣੀ ਗੱਲ ਕਰਦੀ ਹੈ ਔਰ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚ ਜਿਹੜੇ ਲੋਕ, ਚਾਹੇ ਉਹ ਨੈਸ਼ਨਲ ਪੱਧਰ ਦੀ ਪਾਰਟੀ ਹੈ, ਚਾਹੇ ਉਹ ਰੀਜਨਲ ਪੱਧਰ ਦੀ ਪਾਰਟੀ ਹੈ, ਆਪੋ ਆਪਣੀਆਂ ਗੀਟੀਆਂ ਜਿਹੜੀਆਂ ਖੇਲਣ ਦਾ ਯਤਨ ਕਰਦੀ ਹੈ। ਇਸੇ ਕਰਕੇ
ਉਹ ਭਾਜਪਾ ਜੋ ਇੱਕ ਸੰਗਠਿਤ ਪਾਰਟੀ ਬਣ ਚੁੱਕੀ ਆ ਔਰ ਜਿਸ ਨੂੰ RSS ਦੀ ਪੂਰੀ ਸਪੋਰਟ ਜਿਹੜੀ ਹੈ ਪਿੱਛੋਂ ਮਿਲ ਰਹੀ ਆ, ਉਸ ਦਾ ਮੁਕਾਬਲਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ। ਤੋਂ ਮੈਂ ਤਾਂ ਇੱਕ ਗੱਲ ਕਹਿਣਾ ਵੀ ਇਹ ਜਿਹੜੀ ਇਹ ਮਸ਼ੀਨਾਂ ਦੀ ਦੁਰਵਰਤੋਂ ਦੀ ਗੱਲ ਹੈ, ਇਹ ਤਾਂ ਇੱਕ ਇਹੋ ਜਿਹਾ ਖਿਡੌਣਾ ਹੈ ਜਿਹੜਾ ਕਿਸੇ ਪਾਸੇ ਵੀ ਖੇਡਣ ਖਿਡਾਉਣ ਦੀ ਗੱਲ ਤਾਂ ਹੋ ਸਕਦੀ ਹੈ, ਪਰ ਸਿਰਫ ਤੇ ਸਿਰਫ ਇਹੋ ਗੱਲ ਕਿਸੇ ਦੀ ਜਿੱਤ ਹਾਰ ਦਾ ਕਾਰਨ ਬਣਨਾ ਜਿਹੜਾ ਹੈ ਸੰਭਵ ਨਹੀਂ ਹੈ। ਜੀ ਪਲਾਹੀ ਸਾਹਿਬ, ਤੁਸੀਂ ਦਰੁਸਤ ਫਰਮਾਉਂਦੇ ਹੋ, ਕਿਉਂਕਿ ਰਾਜ਼ ਬਹੁਤ ਸਾਰੇ ਨੇ, ਗੱਲਾਂ ਬਹੁਤ ਸਾਰੀਆਂ ਨੇ, ਵਿਰੋਧੀ ਧਿਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਪਬਲਿਕ ਵੀ ਬਹੁਤ ਸਾਰੀਆਂ ਗੱਲਾਂ ਕਰਦੀ ਹੈ, ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ, ਕਿਸੇ ਦੀ ਜ਼ੁਬਾਨ ਨਹੀਂ ਫੜੀ ਜਾ ਸਕਦੀ, ਜੋ ਜਿਹਨੇ ਕਹਿਣਾ ਕਹਿ ਦੇਣਾ, ਪਰ ਸੱਚਾਈ ਆਪਣੀ ਜਗ੍ਹਾ ਬਰਕਰਾਰ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਸੱਚਾਈ ਕੁਝ ਵੀ ਹੋ ਸਕਦੀ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਤੁਸੀਂ ਕਿਹਾ ਕਿ ਕੋਈ ਵੀ ਮੁਕਾਬਲਤਨ ਚਿਹਰਾ ਸਾਹਮਣੇ ਨਹੀਂ ਆ ਰਿਹਾ। ਇੱਕ ਗੱਲ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕੇਜਰੀਵਾਲ ਸਾਹਿਬ ਨੂੰ 2024 ਦੇ ਵਿੱਚ ਪ੍ਰਾਈਮ ਮਿਨਿਸਟਰਸ਼ਿਪ ਦੇ ਕੈਂਡੀਡੇਟ ਵਜੋਂ ਪ੍ਰੋਜੈਕਟ ਕੀਤਾ ਜਾਵੇ, ਇੱਕ ਨਵਾਂ ਚਿਹਰਾ ਜੋ ਨਰਿੰਦਰ ਮੋਦੀ ਸਾਹਿਬ ਦਾ ਮੁਕਾਬਲਾ ਕਰ ਸਕੇ। ਪਲਾਹੀ ਸਾਹਿਬ, ਦੇਖੋ, ਕੇਜਰੀਵਾਲ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲ ਗਿਆ, ਸਿਰਫ ਇਸ ਕਰਕੇ ਲੈਣ ਦਾ ਯਤਨ ਕੀਤਾ ਔਰ ਉਹਨੇ ਕਰਨਾਟਕ ਵਿੱਚ ਜਿੱਥੇ ਉਹਨੂੰ 0.006% ਵੋਟ ਹੀ ਮਿਲੀ ਹੈ, ਉੱਥੇ ਉਹਨੇ ਆਪਣੀ ਹੋਂਦ ਤਾਂ ਮਾੜੀ ਮੋਟੀ ਦਿਖਾਈ ਹੈ, ਪਰ ਹਾਲੇ ਇਸ ਕਿਸਮ ਦੀ ਸਥਿਤੀ ਪੂਰੇ ਭਾਰਤ ਵਿੱਚ ਨਹੀਂ ਬਣੀ। ਹਾਂ, ਪੰਜਾਬ ਦੇ ਵਿੱਚ ਉਸ ਦੇ ਹਿਸਾਬ ਨਾਲ ਦਿੱਲੀ ਦੇ ਵਿੱਚ ਜਾਂ ਪਿੱਛੇ ਹਿਮਾਚਲ ਦੇ ਵਿੱਚ ਵੀ ਉਸਨੇ ਖੇਡ ਖੇਡਣ ਦਾ ਯਤਨ ਕੀਤਾ, ਪਰ ਕਾਮਯਾਬੀ ਹਾਸਲ ਨਹੀਂ ਹੋਈ। ਹਾਲੇ ਦਿੱਲੀ ਉਹਦੇ ਲਈ ਬੜੀ ਦੂਰ ਹੈ। ਤੋ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਪਾਰਟੀਆਂ ਦੇਖੋ, ਹੁਣੇ ਜੇ ਰਾਸ਼ਟਰੀ ਪੱਧਰ ਦੇ ਉੱਤੇ ਕਾਂਗਰਸ ਦੇ ਯੁਵਾ ਜਿਹੜਾ ਗਾਂਧੀ ਹੈ, ਉਸਨੇ ਇੱਕ ਮੁਹਿੰਮ ਛੇੜੀ ਹੈ ਔਰ ਉਸ ਮੁਹਿੰਮ ਦਾ ਜਿਹੜਾ ਅਸਰ ਹੈ ਤੁਸੀਂ ਦੇਖਿਆ ਦੇਸ਼ ਭਰ ਦੇ ਵਿੱਚ, ਉਸ ਪਾਰਟੀ ਦੇ ਵਿੱਚ ਨਵੀਂ ਜਾਗਰਤ ਪੈਦਾ ਕਰਨ ਦਾ ਔਰ ਉੱਥੋਂ ਦੇ ਜਿਹੜੇ ਇਹਨਾਂ ਦੇ ਆਪਣੇ ਵਰਕਰ ਨੇ ਉਹਨਾਂ ਵਿੱਚ ਜੋਸ਼ ਭਰਨ ਦਾ ਉਸਨੇ ਕੀਤਾ ਹੈ ਔਰ ਦੂਜੀਆਂ ਪਾਰਟੀਆਂ ਨੇ ਵੀ ਉਸ ਦੀ ਕਿਸੇ ਨਾ ਕਿਸੇ ਢੰਗ ਦੇ ਨਾਲ ਮਦਦ ਕੀਤੀ ਹੈ। ਸੋ ਮੇਰੀ ਕਹਿਣ ਦਾ ਭਾਵ ਇਹ ਹੈ ਕਿ ਹਾਲੇ ਤੱਕ ਕੇਜਰੀਵਾਲ ਤੱਕ ਹੀ ਕੋਈ ਵੀ ਧਿਰ ਜਿਹੜੀ ਹੈ ਉਹਦਾ ਮੁਕਾਬਲਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਤੇ ਕੇਜਰੀਵਾਲ ਤਾਂ ਹਾਲੇ ਬਹੁਤ ਦੂਰ ਹੈ। ਪਲਾਹੀ ਸਾਹਿਬ, ਇੱਕ ਚੀਜ਼ ਸਾਹਮਣੇ ਇਹ ਆ ਰਹੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਮੋਦੀ ਸਾਹਿਬ ਦੀ ਛਵੀ ਬਹੁਤ ਜ਼ਿਆਦਾ ਪਾਵਰਫੁਲ ਹੈ, ਉਹਨਾਂ ਨੂੰ ਇੰਟਰਨੈਸ਼ਨਲ ਲੀਡਰ ਵਜੋਂ ਵੀ ਲੋਕ ਦੇਖਦੇ ਨੇ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਸੁਪਰ ਪਾਵਰਸ ਨੇ, ਵੱਡੇ ਵੱਡੇ ਦੇਸ਼ ਨੇ, ਜਿਵੇਂ ਅਮਰੀਕਾ ਹੋ ਗਿਆ, ਰਸ਼ੀਆ ਹੋ ਗਿਆ, ਯੂਰਪੀਅਨ ਕੰਟਰੀਜ਼ ਹੋ ਗਏ, ਇਹ ਵੀ ਇਸ ਹੱਕ 'ਚ ਨੇ ਕਿ ਮੋਦੀ ਸਾਹਿਬ ਹੀ ਬਣੇ ਰਹਿਣ ਪ੍ਰਾਈਮ ਮਿਨਿਸਟਰ ਆਫ ਇੰਡੀਆ ਆਉਣ ਵਾਲੇ ਸਮੇਂ ਦੇ ਵਿੱਚ ਵੀ? ਨਹੀਂ, ਹਰੇਕ ਦੇਸ਼ ਦੀਆਂ ਆਪੋ ਆਪਣੀਆਂ ਗੱਲਾਂ ਨੇ ਔਰ ਹਰੇਕ ਦੇਸ਼ ਭਾਰਤ ਦੇ ਵਿੱਚ ਸਿੱਧੇ ਤੌਰ ਤੇ ਕੋਈ ਇੰਟਰਫੀਅਰੈਂਸ ਨਹੀਂ ਕਰਦਾ, ਪਰ ਉਹਨਾਂ ਵੱਲੋਂ ਅੰਡਰਗਰਾਉਂਡ ਕਿਸੇ ਨਾ ਕਿਸੇ ਢੰਗ ਦੇ ਨਾਲ ਪਲੇ ਜ਼ਰੂਰ ਕੀਤਾ ਜਾ ਰਿਹਾ ਜਾਂ ਕੀਤਾ ਜਾਂਦਾ। ਤੁਸੀਂ ਦੇਖੋ ਕਿ ਕਦੇ ਜਦੋਂ ਸਰਕਾਰ ਮਨਮੋਹਨ ਸਿੰਘ ਦੀ ਸੀ, ਉਸ ਵੇਲੇ ਕਿਹਾ ਜਾਂਦਾ ਸੀ ਕਿ ਕਿਸੇ ਵੀ ਢੰਗ ਦੇ ਨਾਲ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਅੱਗੋਂ ਆਪਣੀ ਸਰਕਾਰ ਨਾ ਬਣਾ ਸਕੇ, ਪਰ ਉਹ ਇਸ ਗੱਲ ਦੇ ਵਿੱਚ ਕਾਮਯਾਬ ਨਹੀਂ ਸੀ ਹੋ ਸਕੇ। ਸਮੇਂ ਸਮੇਂ ਤੇ ਬਾਈਡਨ ਪ੍ਰਸ਼ਾਸਨ ਨੇ ਵੀ ਯਤਨ ਕੀਤਾ ਉਸ ਗੱਲ ਦੇ ਵਿੱਚ ਇੰਟਰਫੀਅਰ ਕਰਨ ਦਾ, ਉਸ ਨੂੰ ਵੀ ਇਸ ਗੱਲ ਦੀ ਕਾਮਯਾਬੀ ਨਹੀਂ ਮਿਲੀ, ਕਿਉਂਕਿ ਕਿਸੇ ਵੀ ਢੰਗ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਵੀ ਆਪਣਾ ਨਰਿੰਦਰ ਮੋਦੀ ਦਾ ਅਕਸ ਜਿਹੜਾ ਹੈ ਉਹਨਾਂ ਸਰਕਾਰਾਂ ਦੇ ਵਿੱਚ ਚੰਗਾ ਹੈ। ਸਰਕਾਰਾਂ ਦੇ ਨੇਤਾ ਜਿਹੜੇ ਨੇ ਉਹਨਾਂ ਤੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਪਹੁੰਚ ਕਰਨ ਦਾ ਯਤਨ ਕੀਤਾ, ਪਰ ਹਿੰਦੁਸਤਾਨ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਜਿਹੜੀਆਂ ਗੱਲਾਂ ਬਾਤਾਂ ਨੇ ਜਾਂ ਹਿਊਮਨ ਰਾਈਟਸ ਦੇ ਉੱਤੇ ਲਗਾਤਾਰ ਜਿਹੜੇ ਇੱਥੋਂ ਦੀ ਸਰਕਾਰ ਵੱਲੋਂ ਹਮਲੇ ਹੁੰਦੇ ਨੇ ਜਾਂ ਘੱਟ ਗਿਣਤੀਆਂ ਦੇ ਉੱਤੇ ਜਿਸ ਕਿਸਮ ਦਾ ਤਸ਼ੱਦਦ ਜਾਂ ਵਰਤਾਰਾ ਉਹਨਾਂ ਦੇ ਨਾਲ ਹੁੰਦਾ, ਧਰਮ ਦੇ ਨਾਂ ਤੇ ਜਿਸ ਢੰਗ ਦਾ ਇੱਥੇ ਵਿਤਕਰਾ ਹੋ ਰਿਹਾ, ਉਸ ਨੂੰ ਨਾ ਅਮਰੀਕਾ ਪਸੰਦ ਕਰਦਾ ਨਾ ਦੂਸਰੇ ਯੂਰਪੀਅਨ ਕੰਟਰੀ ਪਸੰਦ ਕਰਦੇ ਨੇ। ਤੇ ਦੂਜੇ ਨੰਬਰ ਤੇ ਇਹ ਹੈ ਕਿ ਹਾਲੇ ਇਸ ਗੱਲ ਦੀ ਵੀ ਚਰਚਾ ਲਗਾਤਾਰ ਰਹਿੰਦੀ ਹੈ ਕਿ ਭਾਰਤ ਜਿਹੜਾ ਹੈ ਇਕਨੋਮਿਕਲੀ ਅੱਗੇ ਵਧ ਰਿਹਾ, ਪਰ ਇਸ ਦੇ ਅੱਗੇ ਵਧਣ ਦੇ ਵਿੱਚ ਕਾਰਪੋਰੇਟ ਖੇਤਰ ਦੇ ਲੋਕ ਤਾਂ ਅੱਗੇ ਆ ਰਹੇ ਨੇ, ਪਰ ਆਮ ਲੋਕਾਂ ਦੇ ਵਿੱਚ ਉਸ ਇਕਨੋਮੀ ਦਾ ਭੈੜਾ ਅਸਰ ਹੋ ਰਿਹਾ, ਕਿਉਂਕਿ ਫਰਕ ਜਿਹੜਾ ਹੈ ਦੋਹਾਂ ਧਿਰਾਂ ਦੇ ਵਿੱਚ, ਵੱਡਿਆਂ ਦੇ ਵਿੱਚ ਛੋਟਿਆਂ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ। ਤਾਂ ਮੋਦੀ ਨੂੰ ਅੱਗੇ ਲਿਆਉਣ ਦੀ ਗੱਲ, ਬਾਹਰਲੇ ਮੁਲਕਾਂ ਵੱਲੋਂ ਇੱਥੇ ਇੰਟਰਫੀਅਰ ਕਰਨ ਦੀ ਗੱਲ
ਦੀ ਸੰਭਾਵਨਾ ਜਿਹੜੀ ਹੈ ਬੜੀ ਘੱਟ ਦਿਖਾਈ ਦਿੰਦੀ ਹੈ। ਜੀ ਭਲਾਈ ਸਾਹਿਬ, ਕਿਉਂਕਿ ਬਾਈਡਨ ਪ੍ਰਸ਼ਾਸਨ ਵੱਲੋਂ ਵੀ ਇਹ ਸਟੇਟਮੈਂਟ ਆਈ ਹੈ ਕਿ ਚੀਨ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਆਪਾਂ ਇੱਕ ਗੱਲ ਦੇ ਉੱਤੇ ਜ਼ਰਾ ਗੌਰ ਕਰੀਏ ਕਿ ਜੋ ਮੋਦੀ ਸਾਹਿਬ ਨੇ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣਾਉਣੀ ਹੈ ਭਾਰਤ ਦੀ ਇਕਨੋਮੀ, ਤੇ ਭਾਰਤ ਨੂੰ ਬਣਾਉਣਾ ਹੈ ਵਿਸ਼ਵ ਗੁਰੂ। ਇਹ ਦੋਵੇਂ ਗੱਲਾਂ ਮੇਨ ਅਸੀਂ ਸੁਣਦੇ ਆ ਰਹੇ ਹਾਂ ਕਾਫੀ ਸਮੇਂ ਤੋਂ। ਇਹ ਕਿੱਥੇ ਖੜੀਆਂ ਨੇ ਦੋਵੇਂ ਗੱਲਾਂ? ਸਟੇਟਸ ਕੀ ਹੈ ਇਹਦਾ ਭਲਾਈ ਸਾਹਿਬ? ਦੇਖੋ, ਗੱਲ ਇਹ ਆ ਵੀ ਕਦੇ ਵਰਲਡ ਬੈਂਕ ਵੱਲੋਂ, ਕਦੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਲਗਾਤਾਰ ਬੜੀਆਂ ਵੱਡੀਆਂ ਫਿਗਰਸ ਦੇ ਨਾਲ ਇਹ ਗੱਲ ਦਰਸਾਉਣ ਦਾ ਯਤਨ ਹੁੰਦਾ, ਔਰ ਭਾਰਤ ਦੀ ਇਕੋਨਮੀ ਨੂੰ ਦਰਸਾਉਣ ਦਾ ਯਤਨ ਹੁੰਦਾ ਕਿ ਅੱਗੇ ਵੱਧ ਰਹੀ ਹੈ। ਪਰ ਇਹ ਮੁਲਕ ਜਿਹੜੇ ਨੇ ਭਾਰਤ ਨੂੰ ਇੱਕ ਚੰਗਾ ਵਪਾਰੀ ਇੱਥੇ ਵਪਾਰ ਕਰਨ ਲਈ ਥਾਂ ਤਾਂ ਜ਼ਰੂਰ ਮੰਨ ਰਹੇ ਨੇ, ਪਰ ਇਸ ਨੂੰ ਇੱਕ ਵੱਡੀ ਇਕੋਨਮੀ ਮੰਨਣ ਨੂੰ ਤਿਆਰ ਨਹੀਂ ਹਨ। ਤੁਸੀਂ ਦੇਖੋ ਕਿ ਭਾਰਤ ਦਾ ਪ੍ਰਧਾਨ ਮੰਤਰੀ ਜਿਸ ਵੇਲੇ ਅਮਰੀਕਾ ਦੇ ਵਿੱਚ ਜਾਂਦਾ, ਔਰ ਅਮਰੀਕਾ ਦੇ ਵਿੱਚ ਜਾ ਕੇ ਉਹ ਜਾਣ ਤੋਂ ਪਹਿਲਾਂ ਬਹੁਤ ਸਾਰੇ ਜਹਾਜ਼ਾਂ ਦੇ ਹੋਰ ਜਿਹੜੇ ਜੰਗੀ ਉਪਕਰਨ ਨੇ ਉਹਨਾਂ ਨੂੰ ਲੈਣ ਲਈ ਬਹੁਤ ਸਾਰੀ ਧਨ ਜਿਹੜਾ ਹੈ ਉਹ ਪਹਿਲਾਂ ਹੀ ਅਮਰੀਕਾ ਦੇ ਹੱਥ ਪਾ ਦਿੰਦਾ, ਤਾਂ ਕਿ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਹੈ ਮੋਦੀ ਸਾਹਿਬ ਨੂੰ ਜੀ ਆਇਆਂ ਕਹੇ। ਤੋ ਮਸਲਾ ਇਹ ਹੈ ਕਿ ਭਾਰਤ ਦਾ ਰਾ ਮਟੀਰੀਅਲ, ਭਾਰਤ ਦੇ ਸਾਧਨ ਜਿਹੜੇ ਨੇ ਉਹ ਵਰਤਣ ਦਾ ਤਾਂ ਉਹਨਾਂ ਮੁਲਕਾਂ ਦਾ ਯਤਨ ਹੈ, ਪਰ ਇਸ ਨੂੰ ਇੱਕ ਵੱਡੀ ਇਕਨੋਮੀ ਮੰਨਣ ਲਈ ਉਹ ਤਿਆਰ ਨਹੀਂ, ਤੇ ਨਾ ਹੀ ਅਸੀਂ ਹਾਲੇ ਇਸ ਗੱਲ ਦੇ ਵਿੱਚ ਕਾਮਯਾਬ ਹੋਏ ਹਾਂ ਕਿਉਂਕਿ ਇੱਥੇ ਗਰੀਬ ਅਮੀਰ ਦਾ ਪਾੜਾ ਬਹੁਤ ਹੈ। ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਐਕਸਪਲੋਇਟ ਕਰਦਾ, ਔਰ ਆਮ ਲੋਕਾਂ ਦਾ ਜੀਵਨ ਪੱਧਰ ਜਿਹੜਾ ਹੈ ਉਹ ਲਗਾਤਾਰ ਥੱਲੇ ਜਾ ਰਿਹਾ। ਆਮ ਲੋਕ ਜਿਸ ਵੇਲੇ ਤੱਕ ਇਕੋਨਮੀ ਦੇ ਵਿੱਚ, ਐਗਰੀਕਲਚਰ ਖੇਤਰ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਅੱਗੇ ਨਹੀਂ ਵਧਦੇ, ਸਿਰਫ ਸਰਵਿਸ ਸੈਕਟਰ ਜਿਹੜਾ ਹੈ ਉਹ ਕਿਸੇ ਵੀ ਮੁਲਕ ਨੂੰ ਅੱਗੇ ਵਧਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਮੇਰੀ ਸਮਝ ਇਹ ਕਹਿੰਦੀ। ਤੇ ਦੂਸਰੀ ਗੱਲ ਜਿਹੜੀ ਏਸ਼ੀਅਨ ਵਿਜ਼ਡਮ ਦੀ ਗੱਲ ਹੁੰਦੀ ਹੈ ਕਿ ਭਾਰਤ ਵਿਸ਼ਵ ਗੁਰੂ ਬਣੇਗਾ ਜਾਂ ਬਣਾਇਆ ਜਾਏਗਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਨਹੀਂ, ਵਿਸ਼ਵ ਗੁਰੂ ਬਣਨ ਦੀ ਗੱਲ ਤਾਂ ਹਾਲੇ ਬੜੇ ਦੂਰ ਦੀ ਗੱਲ ਹੈ। ਹਾਲੇ ਤਾਂ ਅਸੀਂ ਆਪਣੇ ਆਪ ਹੀ ਆਪਣਾ ਹੀ ਗੁਰੂ ਬਣ ਲਈ ਤੇ ਬੜੀ ਚੰਗੀ ਗੱਲ ਹੋਏਗੀ। ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਮੁਲਕ ਦੇ ਵਿੱਚ ਹਰ ਇੱਕ ਨੂੰ ਇੱਕ ਡੰਗ ਦੀ ਰੋਟੀ, 22 ਕਰੋੜ ਲੋਕ ਇਹੋ ਜਿਹੇ ਨੇ ਇੱਕ ਡੰਗ ਦੀ ਰੋਟੀ ਮਸਾਂ ਮਿਲਦੀ ਹੈ। ਸਿਹਤ ਸੇਵਾਵਾਂ ਦੇ ਮਾਮਲੇ ਦੇ ਉੱਤੇ ਸਮੱਸਿਆ ਇਹ ਬਣੀ ਹੋਈ ਹੈ ਕਿ ਜਿਹੜਾ ਵਿਅਕਤੀ ਜਿੰਨੀ ਵੀ ਕਮਾਈ ਕਰਦਾ, ਅੱਧੀ ਕਮਾਈ ਉਸ ਦੀ ਆਪਣੀ ਸਿਹਤ ਨੂੰ ਸਹੀ ਬਣਾਉਣ ਦੇ ਵਿੱਚ ਲੱਗ ਜਾਂਦੀ ਹੈ। ਸਿਹਤ ਸੇਵਾਵਾਂ ਦੀ ਇੰਨੀ ਕਮੀ ਹੈ, ਔਰ ਸਿੱਖਿਆ ਦੇ ਖੇਤਰ ਦੇ ਵਿੱਚ ਤਾਂ ਅਸੀਂ ਹਾਲੇ ਬਹੁਤ ਪਛੜੇ ਹੋਏ ਹਾਂ। ਜਦੋਂ ਸਥਿਤੀ ਇਸ ਕਿਸਮ ਦੀ ਹੋਵੇ ਤੇ ਵਿਸ਼ਵ ਗੁਰੂ ਬਣਨ ਦੀ ਗੱਲ ਜਿਹੜੀ ਆ, ਸਾਡੀ ਇਕੋਨਮੀ ਵੱਡੀ ਬਣਨ ਦੀ ਗੱਲ ਜਿਹੜੀ ਆ, ਉਹ ਬਹੁਤ ਦੂਰ ਦੀ ਗੱਲ ਲੱਗਦੀ ਆ, ਕਿਉਂਕਿ ਜਦ ਤੱਕ ਆਮ ਲੋਕਾਂ ਦੇ ਕੋਲ ਪੈਸਾ ਨਹੀਂ, ਆਮ ਲੋਕ ਆਪਣਾ ਖਰਚ ਜਿਹੜਾ ਹੈ ਉਹ ਵਧਾਉਣ ਲਈ ਲੋੜਾਂ ਨਹੀਂ ਉਹਨਾਂ ਦੀਆਂ ਵੱਧਦੀਆਂ, ਉਦੋਂ ਤੱਕ ਕੋਈ ਵੀ ਇਕੋਨਮੀ ਜਿਹੜੀ ਹੈ ਉਹ ਫਲਰਿਸ਼ ਨਹੀਂ ਕਰ ਸਕਦੀ। ਡਿਮਾਂਡ ਤੇ ਸਪਲਾਈ ਦਾ ਜਿਹੜਾ ਸੰਬੰਧ ਹੈ ਉਸ ਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਇਗਨੋਰ ਨਹੀਂ ਕਰ ਸਕਦੇ, ਤੇ ਜਦ ਤੱਕ ਇਹ ਸੰਤੁਲਿਤ ਨਹੀਂ ਹੋ ਜਾਂਦਾ ਜਾਂ ਵੱਧ ਨਹੀਂ ਜਾਂਦਾ, ਉਦੋਂ ਤੱਕ ਕੋਈ ਵੀ ਇਕੋਨਮੀ ਜਿਹੜੀ ਹੈ ਅੱਗੇ ਵਧਣ ਦੇ ਵਿੱਚ ਕਾਮਯਾਬ ਨਹੀਂ। ਜੀ, ਜਿਸ ਤਰ੍ਹਾਂ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਕਿਹਾ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕਿ ਜਦੋਂ ਕਰੋਨਾ ਵਾਇਰਸ ਆਇਆ ਸੀ, ਵਾਇਰਸ 19 ਆਇਆ ਸੀ, ਅਮਰੀਕਾ, ਚੀਨ ਤੇ ਜਾਪਾਨ ਨੇ ਲਗਾਤਾਰ ਆਪਣੇ ਸਾਰੇ ਨਾਗਰਿਕਾਂ ਨੂੰ ਸਹਾਇਤਾ ਤਾਂ ਦਿੱਤੀ, ਪਰ ਜਿਹੜਾ ਉਹਨਾਂ ਦਾ ਬੇਸਿਕ ਸਟਰਕਚਰ ਹੈ ਉੱਥੇ ਇਨਵੈਸਟਮੈਂਟ ਨਹੀਂ ਕੀਤੀ। ਇਸ ਕਰਕੇ ਅੱਜ ਆਰਥਿਕ ਸੰਕਟ ਦੇ ਵਿੱਚ ਘਿਰੇ ਹੋਏ ਨੇ। ਪਰ ਭਾਰਤ ਨੇ ਉਸ ਵਕਤ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਆਪਣੇ ਬੇਸਿਕ ਇਨਫਰਾਸਟਰਕਚਰ, ਖੇਤੀਬਾੜੀ ਇੰਡਸਟਰੀ ਜਿੰਨਾ ਵੀ ਉਹ ਕਰ ਸਕਿਆ ਉਹਦੇ 'ਚ ਸਸਟੇਨੇਬਲ ਡਿਵੈਲਪਮੈਂਟ ਵਾਸਤੇ ਇਨਵੈਸਟਮੈਂਟ ਕੀਤਾ। ਅੱਜ ਉਹਦੇ ਵਧੀਆ ਰਿਜ਼ਲਟ ਆ ਰਹੇ ਨੇ ਕਿ 6.7% ਦੀ ਦਰ ਦੇ ਨਾਲ ਵਧੇਗੀ ਭਾਰਤ ਦੀ ਆਰਥਿਕਤਾ 2024 ਦੇ ਵਿੱਚ, ਔਰ ਇੱਕ ਘਰੇਲੂ ਮੰਗ ਕਰਕੇ ਹੀ ਹੋਏਗੀ। ਜੋ ਘਰ ਦੇ ਵਿੱਚ ਹੀ ਉਹਨਾਂ ਦੇ ਆਪਣੇ ਨਾਗਰਿਕ ਨੇ ਉਹ ਮੰਗ ਵਧਾਉਣਗੇ। ਇਹ ਇੱਕ ਰਿਪੋਰਟ ਹੈ, ਖੈਰ ਇਹ ਤਾਂ ਸਮਾਂ ਦੱਸੇਗਾ ਕਿ ਕਿੱਥੇ ਜਾ ਕੇ ਖੜਦੀ ਹੈ ਸਾਡੀ ਅਰਥ ਵਿਵਸਥਾ। ਤੇ ਜਾਂਦੇ ਜਾਂਦੇ ਅਸੀਂ ਪੰਜਾਬ ਦੇ ਉੱਤੇ ਕਮੈਂਟ ਚਾਹਾਂਗੇ ਤੁਹਾਡੇ ਕੋਲੋਂ ਕਿ ਪੰਜਾਬ ਦੀ ਆਮ ਆਦਮੀ ਗਵਰਨਮੈਂਟ ਨੂੰ 1 ਸਾਲ ਹੋ ਗਿਆ ਹੈ ਤੇ ਬੜੇ ਪੋਸਟਰ ਵੀ ਲੱਗੇ ਨੇ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ, 1 ਸਾਲ ਦਮਦਾਰ ਕੰਮ। ਇਹ ਕਿੱਥੇ ਖੜੇ ਨੇ ਦਮਦਾਰ ਕੰਮ 1 ਸਾਲ ਦੇ ਵਿੱਚ ਭਲਾਈ ਸਾਹਿਬ? ਦੇਖੋ, ਆਮ ਆਦਮੀ ਪਾਰਟੀ ਵੱਲੋਂ ਆਪਣੇ ਤੌਰ ਤੇ ਯਤਨ ਤਾਂ ਹੋ ਰਿਹਾ ਵੀ ਕਰਜ਼ਾ ਲੈ ਕੇ ਅਸੀਂ ਲੋਕਾਂ ਦੇ ਭਲੇ ਦੇ ਕੰਮ ਕਰ ਲਈਏ, ਪਰ ਕਰਜ਼ਾ ਲੈ ਕੇ ਕਦੇ ਵੀ ਲੋਕਾਂ ਦੇ ਭਲੇ ਦੇ ਕੰਮ ਸਾਰਥਕਤਾ ਦੇ ਨਾਲ ਨਹੀਂ ਕੀਤੇ ਜਾ ਸਕਦੇ। ਵੋਟਾਂ ਬਟੋਰਨ ਦਾ ਕੰਮ ਤਾਂ ਜ਼ਰੂਰ ਹੋ ਸਕਦਾ,
ਦੇਖੋ, ਪਿੰਡਾਂ ਦੇ ਵਿੱਚ ਕਿਸੇ ਕਿਸਮ ਦੀ ਡਿਵੈਲਪਮੈਂਟ ਨਹੀਂ ਹੋ ਰਹੀ, ਸ਼ਹਿਰਾਂ ਦੇ ਵਿੱਚ ਡਿਵੈਲਪਮੈਂਟ ਬੰਦ ਹੋਈ ਪਈ ਆ, ਉੱਪਰਲੀ ਸਰਕਾਰ ਇੱਥੋਂ ਦੀ ਸਰਕਾਰ ਨੂੰ ਕੰਮ ਕਰਨ ਨਹੀਂ ਦੇ ਰਹੀ। ਤੋ ਇਸ ਦੇ ਹੀ ਹਾਲ ਦੇ ਵਿੱਚ ਹਾਲੇ 1 ਸਾਲ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਗਿਣ ਲੈਣੀਆਂ, ਇਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਪ੍ਰਸ਼ੰਸਾ ਦੇਣ ਵਾਲੀ ਗੱਲ ਹੋਏਗੀ। ਲੋਕਾਂ ਦੀ ਕਚਹਿਰੀ ਦੇ ਵਿੱਚ ਤਾਂ ਹਾਲੇ ਬਹੁਤੇ ਨੰਬਰ ਸਾਨੂੰ ਦਿਖਾਈ ਨਹੀਂ ਦਿੰਦੇ, 50 ਨੰਬਰ ਵੀ ਨਹੀਂ ਦਿਖਾਈ ਦਿੰਦੇ 100 ਦੇ ਵਿੱਚੋਂ। ਪਰ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਇਹ ਕਹਿ ਕੇ ਪਿਆ ਦੇਖੋ ਜੀ ਕਰਪਸ਼ਨ ਵਾਲਿਆਂ ਨੂੰ ਅਸੀਂ ਨੱਥ ਪਾਤੀ, ਫਲਾਨੀ ਗੱਲ ਹੋ ਗਈ, ਪਰ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਵੀ ਕਰਪਸ਼ਨ ਥੱਲੇ ਲਾਲੇ ਪੱਧਰ ਦੇ ਉੱਤੇ ਉਸ ਦੇ ਰੇਟ ਹੋਰ ਵੱਧ ਗਏ ਨੇ, ਔਰ ਲੋਕਾਂ ਦੇ ਵਿੱਚ ਕੰਮ ਕਰਨ ਦੀ ਭਾਵਨਾ ਜਿਹੜੀ ਵਧੀ ਹੋਣੀ ਚਾਹੀਦੀ ਸੀ ਕਰਮਚਾਰੀਆਂ ਦੇ ਵਿੱਚ, ਉਹ ਵੀ ਘਟ ਰਹੀ ਹੈ। ਅਫਸਰਸ਼ਾਹੀ ਤੇ ਨੌਕਰਸ਼ਾਹੀ ਜਿਹੜੀ ਹੈ ਉਸ ਵੱਲੋਂ ਹਾਲੇ ਸਰਕਾਰ ਨੂੰ ਉਸ ਕਿਸਮ ਦੀ ਹਮਾਇਤ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਡੰਡੇ ਦੇ ਨਾਲ ਕੰਮ ਨਹੀਂ ਕਰਵਾਏ ਜਾਂਦੇ। ਅਸਲ ਵਿੱਚ ਤਾਂ ਸਹੀ ਮਾਇਨਿਆਂ ਦੇ ਵਿੱਚ ਸਹੀ ਅਪਰੋਚ ਦੇ ਨਾਲ ਸਹੀ ਪ੍ਰਬੰਧਕੀ ਢਾਂਚੇ ਨੂੰ ਸੁਚੇਤ ਕਰਕੇ ਹੀ ਕੰਮ ਜਿਹੜੇ ਨੇ ਹੋ ਸਕਦੇ ਨੇ, ਔਰ ਹਾਲੇ ਇਸ ਗੱਲ ਦੇ ਵਿੱਚ ਘੋੜੇ ਦੇ ਵਿੱਚੋਂ ਕੂਣੀ ਵੀ ਨਹੀਂ ਕੱਟੀ ਜਾ ਸਕਦੀ। ਭਲਾਈ ਸਾਹਿਬ, ਇੱਕ ਲਾਸਟ ਕੁਐਸਚਨ, ਕਿਉਂਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਵਰ ਕਰਨ ਵਾਸਤੇ, ਆਪਣੇ ਬਚਾਅ ਵਾਸਤੇ ਗੱਲ ਕਰਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਾਡੀਆਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ, ਭਾਵੇਂ ਕਾਂਗਰਸ ਦੀ ਰਹੀ ਹੈ, ਭਾਵੇਂ ਅਕਾਲੀ ਪਾਰਟੀ ਰਹੀ ਹੈ, ਉਹ ਵੀ ਤਾਂ ਕਰਜ਼ੇ ਲੈ ਕੇ ਹੀ ਸੂਬੇ ਨੂੰ ਚਲਾਉਂਦੇ ਰਹੇ ਨੇ। ਉਹਨਾਂ ਨੇ ਵੀ ਤਾਂ ਜੰਮ ਕੇ ਖੂਬ ਜ਼ਿਆਦਾ ਕਰਜ਼ੇ ਲਿੱਤੇ ਨੇ, ਔਰ ਅੱਜ ਕਰਜ਼ੇ ਦੀ ਪੰਡ ਸਾਡੇ ਸਿਰ ਤੇ ਹੈ, ਲੱਖਾਂ ਕਰੋੜਾਂ ਦੇ ਵਿੱਚ ਕਰਜ਼ਾ ਸਾਡੇ ਸਿਰ ਦੇ ਉੱਤੇ, ਤੇ ਅਸੀਂ ਵੀ ਕਰਜ਼ਾ ਲੈ ਕੇ ਚਲਾ ਲਿਆ ਤੇ ਕਿਹੜੀ ਆਫਤ ਆ ਗਈ, ਇਹ ਗੱਲ ਕੀਤੀ ਜਾਂਦੀ ਹੈ। ਔਰ ਪਿਛਲੇ 20, 25 ਜਾਂ 30 ਸਾਲ ਦੇ ਵਿੱਚ ਜ਼ਰੂਰੀ ਤੌਰ ਤੇ ਪੰਜਾਬ ਦੇ ਅੰਦਰ ਕੰਮ ਹੋਇਆ ਹੈ, ਪਰ ਉਹ ਕੰਮ ਨਹੀਂ ਹੋਏ ਕਿ ਜਿਹਨੂੰ ਆਪਾਂ ਕਹਿੰਦੇ ਆ ਨਾ ਸਸਟੇਨੇਬਲ ਡਿਵੈਲਪਮੈਂਟ, ਅੱਗੇ ਵੀ ਉਹਦੇ ਨਤੀਜੇ ਆਉਣ, ਕਿਉਂਕਿ ਕਰਜ਼ਾ ਲੈ ਕੇ ਹੀ ਗਵਰਨਮੈਂਟਸ ਸਰਕਾਰਾਂ ਦੇਸ਼ ਨੂੰ, ਸੂਬੇ ਨੂੰ ਚਲਾਉਂਦੀਆਂ ਰਹੀਆਂ ਨੇ। ਭਲਾਈ ਸਾਹਿਬ, ਭਾਰਤ ਦੇ ਵਿੱਚ ਪੰਜਾਬ ਹੀ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਪਹਿਲੇ ਨੰਬਰ ਤੇ ਹੈ, ਔਰ ਜਿਸ ਨੇ ਇੰਨਾ ਵੱਡਾ ਕਰਜ਼ਾ ਜਿਹੜਾ ਹੈ ਲਿਆ ਹੋਇਆ, ਔਰ ਇਹ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਗੱਲ ਹੈ। ਤੇ ਹੁਣ ਵਾਲੀ ਸਰਕਾਰ ਵੀ ਉਹਨਾਂ ਲੀਹਾਂ ਤੇ ਤੁਰਦੀ ਹੈ ਔਰ ਕਹਿੰਦੀ ਹੈ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੀਤੀ, ਜੇ ਕੀਤੀ ਹੈ ਤਾਂ ਕਰਜ਼ਾ ਲੈ ਕੇ ਕੀਤੀ ਹੈ, ਤੇ ਅਸੀਂ ਵੀ ਉਸੇ ਰਸਤੇ ਤੇ ਚੱਲਣਾ, ਤੇ ਪੰਜਾਬ ਦੀ ਇਸ ਤੋਂ ਵੱਡੀ ਟ੍ਰੈਜਡੀ ਜਿਹੜੀ ਹੈ ਦਿਖਾਂਤ ਹੋਰ ਕੋਈ ਵੀ ਨਹੀਂ ਹੋ ਸਕਦਾ। ਅਸਲ ਵਿੱਚ ਸਾਧਨ ਪੈਦਾ ਕਰਨੇ ਚਾਹੀਦੇ ਨੇ, ਜਿਹੜੀਆਂ ਚੋਰ ਮੋਰੀਆਂ ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਮੈਂ ਦੂਰ ਨਹੀਂ ਜਾਂਦਾ, ਬਹੁਤੀ ਦੂਰ ਨਹੀਂ ਜਾਂਦਾ, ਲਾਗੇ ਦੀ ਗੱਲ ਕਰਦਾ। ਮੈਂ ਆਪਣੇ ਘਰ ਦੇ ਵਿੱਚ ਇੱਕ ਥੋੜਾ ਜਿਹਾ ਕੰਮ ਕਰਾਉਣਾ ਸੀ ਆਪਣੇ ਪਿੰਡ ਦੇ ਵਿੱਚ। ਇੱਕ ਟਰਾਲੀ ਜਿਹੜੀ ਕੁਝ ਸਮਾਂ ਪਹਿਲਾਂ 2-3 ਮਹੀਨੇ ਪਹਿਲਾਂ ਮੈਨੂੰ 3600 ਰੁਪਏ ਦੀ 150 ਫੁੱਟ ਟਰਾਲੀ ਰੇਤੇ ਦੀ ਮਿਲੀ ਸੀ, ਉਹ ਕੱਲ 5000 ਰੁਪਏ ਦੇ ਵਿੱਚ ਮਿਲੀ। ਤੇ ਜੇ ਅਸੀਂ ਇਸ ਕਿਸਮ ਦੀਆਂ ਚੋਰ ਮੋਰੀਆਂ ਨੂੰ ਔਰ ਇਹਨਾਂ ਸਾਧਨਾਂ ਨੂੰ ਬੰਦ ਹੀ ਨਹੀਂ ਕਰ ਸਕਦੇ, ਤੇ ਵੱਡੀਆਂ ਵੱਡੀਆਂ ਟਾਰਾਂ ਮਾਰਨ ਦਾ ਕੋਈ ਅਰਥ ਨਹੀਂ ਹੋਏਗਾ। ਤੇ ਦੂਜੀਆਂ, ਜੇ ਅਸੀਂ ਰਵਾਇਤੀ ਪਾਰਟੀਆਂ ਵਾਂਗ ਹੀ ਕੰਮ ਕਰਨਾ, ਤੇ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦਾ ਕਹਿਣ ਦਾ ਕੋਈ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਨਾਲੋਂ ਵੱਖਰੇ ਹਾਂ। ਸੋ ਚਾਹੀਦਾ ਤਾਂ ਇਹ ਹੈ ਕਿ ਪ੍ਰਬੰਧਕੀ ਖੇਤਰ ਦੇ ਵਿੱਚ ਠੀਕ ਢੰਗ ਦੇ ਨਾਲ ਗਿਣਤੀ ਜਿਹੜੀ ਆ ਗਿਣਤੀ ਕੀਤੀ ਜਾਵੇ, ਉਹਦੇ ਅਨੁਸਾਰ ਕੰਮ ਕੀਤੇ ਜਾਣ, ਔਰ ਬੜਕਾ ਮਾਰ ਕੇ ਨਹੀਂ, ਅਸਲ ਮਾਇਨੇ ਦੇ ਵਿੱਚ ਜ਼ਮੀਨੀ ਪੱਧਰ ਤੇ ਬਿਲਕੁਲ ਉਸੇ ਢੰਗ ਦੇ ਨਾਲ ਕੰਮ ਕੀਤੇ ਜਾਣ ਜਿਸ ਪੱਧਰ ਦੇ ਉੱਤੇ ਕਦੇ ਮਨਮੋਹਨ ਸਿੰਘ ਨੇ, ਭਾਵੇਂ ਉਹ ਸਰਕਾਰ ਬਾਅਦ ਵਿੱਚ ਬਦਨਾਮ ਹੋ ਗਈ, ਲੋਕਾਂ ਦੇ ਵਿੱਚ ਬਦਨਾਮ ਕਰ ਦਿੱਤੀ ਗਈ, ਪਰ ਕੁਝ ਇੱਕ ਪ੍ਰਾਪਤੀਆਂ ਇਕੋਨਮੀ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਇਸ ਕਿਸਮ ਦੀਆਂ ਕੀਤੀਆਂ, ਕੁਝ ਇੱਕ ਇਹੋ ਜਿਹੇ ਕਾਰਨਾਮੇ ਕੀਤੇ ਜਿਹੜੇ ਅੱਜ ਵੀ ਹਿੰਦੁਸਤਾਨ ਦੇ ਲੋਕ ਉਸ ਨੂੰ ਯਾਦ ਕਰਦੇ ਨੇ। ਤੇ ਪੰਜਾਬ ਦੇ ਵਿੱਚ ਵੀ ਇਸ ਸਰਕਾਰ ਨੂੰ ਕੁਝ ਇਹੋ ਜਿਹੇ ਇਕੋਨਮੀ ਦੇ ਫੀਲਡ ਦੇ ਵਿੱਚ, ਪ੍ਰਬੰਧਕੀ ਖੇਤਰ ਦੇ ਵਿੱਚ ਕੰਮ ਕਰਨੇ ਚਾਹੀਦੇ ਨੇ, ਔਰ ਪਿੰਡਾਂ ਦੀ ਡਿਵੈਲਪਮੈਂਟ ਲਈ ਖਾਸ ਤੌਰ ਤੇ ਕੰਮ ਕਰਨੇ ਚਾਹੀਦੇ ਨੇ, ਜਿਨ੍ਹਾਂ ਨੂੰ ਲੋਕ ਯਾਦ ਰੱਖਣ। ਬਿਲਕੁਲ, ਨਾਲੇ ਇਹ ਵੀ ਦੇਖਣਾ ਚਾਹੀਦਾ ਕਿ ਮੁਫਤ ਦੀਆਂ ਰਿਓੜੀਆਂ ਕਿੱਥੇ ਤੱਕ ਵੰਡਣੀਆਂ ਜਾਇਜ਼ ਨੇ ਤੇ ਕਿੱਥੇ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਭਲਾਈ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਭਲਾਈ ਸਾਹਿਬ। ਮਿਹਰਬਾਨੀ, ਸ਼ੁਕਰੀਆ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।